नहमदहू व नुसल्ली अला रसूलिहिल करीम अम्मा बादहू फ़अऊज़ु बिल्लाहि मिनश्शैतानिर्रजीम बिस्मिल्लाहिर्रहमानिर्रहीम। मेरे तमाम हकीम भरावां नूं मेरी तरफों अस्सलाम अलैकुम। मैं अपने भरावां दी खिदमत दे विच अज एक नीले पारे दी गोली बनाउण दा तरीकेकार ते उहनूं कायम करन दा तरीकेकार पेश करांगा। नीले पारे दी गोली वैसे तो हर हकीम बनानी जानदा है, लेकिन मेरा भी तरीकेकार दूसरिਆਂ नाल मिलदा जुलदा होएगा, लेकिन मेरा पारा जिहड़ा है वो कोई खास होएगा, जिहदी वजह नाल ये जिहड़ी गोली है अल्लाह पाक दे फजलो करम नाल सिद्धी शमस दे घर विच जाएगी। मैं सब तो पहलां जिस्त दा कुश्ता करन दा तरीकेकार बयान करांगा, उस तो बाद दे विच पारे नूं तैयार करन दा तरीकेकार बयान करांगा। सब तो आखिर ते ਇਹਦੀ ਗੋਲੀ ਬੰਨਣ ਦਾ ਤੇ ਫਿਰ ਇਹਨੂੰ ਪਕਾਉਣ ਦਾ ਤਰੀਕੇਕਾਰ ਜਿਹੜਾ ਗੋਸ਼ਗਜ਼ਾਰ ਕਰਾਂਗਾ। ਬਰਾਏ ਮਿਹਰਬਾਨੀ ਇਹਨੂੰ ਤਵੱਜਾ ਨਾਲ ਸੁਣਿਓ। ਅਗਰ ਇੱਕ ਨਸ਼ਿਸਤ ਵਿੱਚ ਮੈਂ ਨੁਕਸਾ ਸਾਰਾ ਬਿਆਨ ਕੀਤਾ ਤੇ ਵੀਡੀਓ ਹੋ ਜਾਏਗੀ ਲੰਮੀ, ਤੇ ਮੇਰਾ ਇਹ ਜ਼ੇਨ ਹੈ ਟਾਈਮ ਵੀ ਮੇਰੇ ਕੋਲ ਮਕੂਲ ਹੁੰਦਾ ਹੈ, ਮੈਂ ਇਸ ਵੇਲੇ ਥੋੜਾ ਟਾਈਮ ਅੱਲਾਹ ਪਾਕ ਦੀ ਹਮਦੋ ਸਨਾ ਵਿੱਚ ਗੁਜ਼ਾਰਨਾ ਉਹ ਮੈਨੂੰ ਦੇਣਾ ਪੈਂਦਾ, ਔਰ ਦੇਣਾ ਵੀ ਚਾਹੀਦਾ, ਹਰ ਇਨਸਾਨ ਨੂੰ ਦੇਣਾ ਚਾਹੀਦਾ। ਆਖਰਕਾਰ ਇਹ ਦੁਨੀਆ ਛੱਡ ਕੇ ਅੱਗੇ ਚਲਿਆ ਜਾਣਾ ਤੇ ਅੱਗੇ ਜਾਣ ਦੀ ਵੀ ਕੋਈ ਤਿਆਰੀ ਜਿਹੜੀ ਹੈ ਨਾ ਉਹ ਹੋਣੀ ਚਾਹੀਦੀ ਹੈ। ਚਲੋ ਸਿੱਧੇ ਪੁਆਇੰਟ ਤੇ ਆਉਂਦੇ ਆ। ਮੈਂ ਲੈਣਾ ਇੱਕ ਪਾਈਆ ਜਿਸਤ, ਤੇ ਜਿਸਤ ਲੈ ਕੇ ਇੱਕ ਪਾਈਆ ਉਹਨੂੰ ਪਾਣਾ ਲੋਹੇ ਦੀ ਕੜਾਈ ਦੇ ਵਿੱਚ। ਲੋਹੇ ਦੀ ਕੜਾਈ ਲੈਣਾ ਮਿਸਤਰੀ ਮਜ਼ਦੂਰ ਵਾਲੀ, ਲੇਕਿਨ ਨਵੀਂ ਕੜਾਈ ਲੈਣਾ, ਇਸਤੇਮਾਲ ਸ਼ੁਦਾ ਕੜਾਈ ਨਹੀਂ ਲੈਂਦਾ। ਬੋੜ ਦਾ ਡੰਡਾ ਲੈਣਾ, ਡੰਡੇ 2-3 ਮੈਂ ਪਹਿਲਾਂ ਹੀ ਵੱਢ ਕੇ ਲੈ ਆਉਣਾ। ਜ਼ਾਹਰ ਹੈ ਕੋਈ ਕੰਮ ਕਰਨਾ ਹੋਏ ਤਾਂ ਉਹਦੀ ਤਿਆਰੀ ਤੇ ਪਹਿਲਾਂ ਕਰਨੀ ਪੈਂਦੀ ਹੈ। ਤਕਰੀਬਨ 1.5 ਇੰਚ ਮੋਟਾ, 2 ਫੁੱਟ ਲੰਬਾਈ ਵਿੱਚ 2-3 ਡੰਡੇ ਜਿਹੜੇ ਨੇ ਉਹ ਮੈਂ ਕੋਲ ਰੱਖ ਲੈਣਾ। ਕੜਾਈ ਦੇ ਥੱਲੇ ਅੱਗ ਜਿਹੜੀ ਏ ਉਹ ਬੇਰੀ ਦੀ ਲੱਕੜ ਦੀ ਮੈਂ ਬਾਲਣਾ। ਅਗਰ ਸਿਲੰਡਰ ਦੀ ਜਾਂ ਗੈਸ ਵਗੈਰਾ ਬਾਲੀ ਜਾਏ ਤੇ ਜਿਸ ਨੂੰ ਸ਼ੋਲਾ ਪੈਣ ਦਾ ਖਦਸ਼ਾ ਹੁੰਦਾ, ਜਿਸ ਨੂੰ ਅਗਰ ਸ਼ੋਲਾ ਪੈ ਜੇ ਤੇ ਫਿਰ ਉਹ ਕੁਸ਼ਤਾ ਜਿਹੜਾ ਉਹ ਪਾਰੇ ਨੂੰ ਕਾਇਮ ਨਹੀਂ ਕਰਦਾ। ਕਿਉਂਕਿ ਸ਼ੋਲਾ ਪੈ ਜੇ ਤੇ ਜਿਸ ਦਾ ਆਪਣਾ ਪਾਰਾ ਜਿਹੜਾ ਉਹ ਜ਼ਾਇਲ ਹੋ ਜਾਂਦਾ, ਫਿਰ ਉਹ ਕੁਸ਼ਤਾ ਪਾਰੇ ਨੂੰ ਪੀਣਾ ਸ਼ੁਰੂ ਕਰ ਦਿੰਦਾ, ਯਾਨੀ ਕਿ ਵਾਪਸ ਮੈਨੂੰ ਨਹੀਂ ਦਿੰਦਾ। ਇਸ ਵਾਸਤੇ ਮੈਂ ਬੇਰੀ ਦੀ ਲੱਕੜ ਇਸਤੇਮਾਲ ਕਰਨਾ ਤਾਂ ਕਿ ਸ਼ੋਲਾ ਨਾ ਪਏ। ਬੋੜ ਦੇ ਡੰਡੇ ਦਾ ਜਿਹੜਾ ਕੋਲਾ ਵਿੱਚ ਬਣਦਾ ਉਹਦੇ ਨਾਲ ਜਿਸ ਨੂੰ ਸ਼ੋਲਾ ਨਹੀਂ ਪੈਂਦਾ ਕੋਲਾ ਬਣਦਾ ਜਾਂਦਾ ਔਰ ਉਹ ਨਾਲੋਂ ਨਾਲ ਬੁਝਦਾ ਜਾਂਦਾ। ਮੈਂ ਅੱਗ ਥੱਲੇ ਇੰਨੀ ਤੇਜ਼ ਰੱਖਣਾ ਜਿਹਦੇ ਨਾਲ ਮੇਰੀ ਜਿਸਤ ਜਿਹੜੀ ਏ ਉਹ ਪਿਘਲੀ ਰਹਿੰਦੀ ਏ। ਉਹਦੇ ਵਿੱਚ ਮੈਂ ਬੋੜ ਦਾ ਡੰਡਾ ਜਿਹੜਾ ਉਹ ਤਰਤੀਬ ਵਾਈਜ਼ ਫੇਰਦਾ ਰਹਿਣਾ, ਆਸਤਾ 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 ਆਸਤਾ। ਪਾਈਆ ਜਿਸਤ ਕੁਸ਼ਤਾ ਹੋਣ ਵਿੱਚ ਤਕਰੀਬਨ ਮੇਰੇ 4-4.5 ਘੰਟੇ ਲੱਗ ਜਾਂਦੇ ਨੇ। ਜਿਸਤ ਮੇਰੀ ਦਾ ਕੁਸ਼ਤਾ ਜਿਸ ਵੇਲੇ ਹੋ ਜਾਂਦਾ ਉਹਨੂੰ ਮੈਂ ਅਲੱਗਾ ਰੱਖ ਲੈਣਾ। ਉਸ ਤੋਂ ਬਾਅਦ ਦੇ ਵਿੱਚ ਉਹਨੂੰ ਮੈਂ ਕਿਸੇ ਪਰਾਤ ਵਿੱਚ ਪਾ ਕੇ ਜਾਂ ਕਿਸੇ ਫੂਕ ਦੀ ਮਦਦ ਨਾਲ ਪੱਖੇ ਦੀ ਹਵਾ ਅੱਗੇ ਜਿਹੜਾ ਕੋਲਾ ਉਹਦੇ ਅੰਦਰ ਹੁੰਦਾ ਉਹਨੂੰ ਮੈਂ ਜ਼ਾਇਲ ਕਰ ਦੇਣਾ, ਬਾਹਰ ਕੱਢ ਦੇਣਾ। ਕੁਛ ਕੋਲਾ ਜਿਸ ਦੇ ਅੰਦਰ ਯਾਨੀ ਪਵਿੱਤ ਹੋਇਆ ਹੁੰਦਾ ਉਹਨੇ ਤੇ ਜ਼ਾਹਰ ਵਿੱਚ ਹੀ ਰਹਿਣਾ, ਜਿਹੜਾ ਆਜ਼ਾਦ ਹੁੰਦਾ ਉਹ ਬਾਹਰ ਨਿਕਲ ਜਾਂਦਾ। ਕੁਸ਼ਤਾ ਕਰਨ ਲੱਗਿਆਂ ਥੋੜੇ ਹੱਥ ਪੈਰ ਵੀ ਇਨਸਾਨ ਦੇ ਕਾਲੇ ਹੁੰਦੇ ਨੇ, ਲੇਕਿਨ ਕਾਲੇ ਕਰਕੇ ਬਾਅਦ ਦੇ ਵਿੱਚ ਇਹੋ ਜਿਹੇ ਗੋਰੇ ਹੁੰਦੇ ਨੇ ਕਿ ਪਰਤ ਕੇ ਕਾਲੇ ਨਹੀਂ ਹੁੰਦੇ। ਗੱਲ ਸਮਝ ਗਏ ਹੋਵੋਗੇ ਜਿੱਥੇ ਮੈਂ ਗੱਲ ਕਰਨਾ ਪਿਆ। ਜਿਸਤ ਮੇਰੀ ਦਾ ਕੁਸ਼ਤਾ ਤਿਆਰ ਹੋ ਗਿਆ। ਇਸ ਤੋਂ ਬਾਅਦ ਦੇ ਵਿੱਚ ਮੈਂ ਲੈਣਾ ਪਾਰਾ। ਪਾਰਾ ਹਸਬੇ ਜ਼ਰੂਰਤ ਲੈ ਲਓ ਤੁਸੀਂ ਜਿੰਨਾ ਤੁਹਾਨੂੰ ਚਾਹੀਦਾ, ਲੇਕਿਨ ਮੈਂ ਜਿਹੜਾ ਪਾਰਾ ਤਿਆਰ ਕਰਨਾ ਮੈਂ ਤਕਰੀਬਨ 2 ਤੋਂ 2.5 ਤੋਲੇ ਪਾਰਾ ਲੈਣਾ। ਉਹਨੂੰ ਪਾਣਾ ਸ਼ੀਸ਼ੇ ਦੀ ਇੱਕ ਸ਼ੀਸ਼ੀ ਦੇ ਅੰਦਰ। ਸ਼ੀਸ਼ੇ ਦੀ ਸ਼ੀਸ਼ੀ ਦੇ ਅੰਦਰ ਪਾਰਾ ਪਾ ਕੇ ਉਹਦੇ ਵਿੱਚ ਮੈਂ 3 ਹਿੱਸੇ ਪਾ ਦੇਣਾ ਪਾਣੀ ਸਾਦਾ, ਸਾਫ ਸੁਥਰਾ ਪਾਣੀ ਸਾਦਾ ਪਾ ਕੇ। ਸ਼ੀਸ਼ੀ ਲੈਣਾ ਛੋਟੀ, ਆਮ ਸੈਂਟ ਵਾਲੀ ਸ਼ੀਸ਼ੀ ਜਿਹੜੀ ਹੁੰਦੀ ਏ ਉਹ ਮੈਂ ਛੋਟੀ ਸ਼ੀਸ਼ੀ ਲੈਣਾ। ਉਹਦੇ ਵਿੱਚ ਤੀਸਰਾ ਹਿੱਸਾ ਯਾਨੀ ਕਿ ਸ਼ੀਸ਼ੀ ਦਾ ਤੀਸਰਾ ਹਿੱਸਾ ਮੈਂ ਉਹਦੇ ਵਿੱਚ ਪਾਣੀ ਐਡ ਕਰ ਦਿੰਦਾ। ਪਾਣੀ ਐਡ ਕਰਨ ਤੋਂ ਬਾਅਦ ਦੇ ਵਿੱਚ ਮੈਂ ਉਹਦੇ ਵਿੱਚ ਪਾਉਂਦਾ ਵਾਂ ਪਾਇਓਡੀਨ। ਪਾਇਓਡੀਨ ਹਰ ਹਕੀਮ ਭਰਾ ਜਾਣਦਾ ਔਰ ਇਹ ਵੀ ਜਾਣਦਾ ਕਿ ਪਾਇਓਡੀਨ ਦੇ ਅੰਦਰ ਲੋਹਾ ਹੁੰਦਾ। ਬਾਕੀ ਸ਼ੀਸ਼ੀ ਜਿਹੜੀ ਹੁੰਦੀ ਏ ਮੈਂ ਬਿਲਕੁਲ ਮੂੰਹ ਤੱਕ ਪਾਇਓਡੀਨ ਵਿੱਚ ਉਹਦੇ ਐਡ ਕਰ ਦੇਣਾ। ਇੱਥੋਂ ਤੱਕ ਐਡ ਕਰਨਾ ਕਿ ਬਿਲਕੁਲ ਮੂੰਹ ਦੇ ਬਰਾਬਰ
ਪਾਇਓਡੀਨ ਜਿਹੜੀ ਹੈ ਉਹ ਆ ਜਾਂਦੀ ਹੈ, ਯਾਨੀ ਕਿ ਹਵਾ ਦਾ ਵਿੱਚ ਅਮਲ ਦਖਲ ਨਹੀਂ ਰਹਿੰਦਾ। ਉਹਦੇ ਉੱਤੇ ਮੈਂ ਸ਼ੀਸ਼ੀ ਦੇ ਉੱਤੇ ਢੱਕਣਾ ਕੱਸ ਕੇ ਉਹਨੂੰ ਹੱਥ ਦੇ ਨਾਲ ਫੜ ਕੇ ਉਹਨੂੰ ਫੈਂਟਣਾ ਸ਼ੁਰੂ ਕਰ ਦਿੰਦਾ। ਅਗਰ ਸ਼ੀਸ਼ੀ ਦੇ ਅੰਦਰ ਖਲਾ ਰਹੇਗਾ ਤੇ ਪਾਰਾ ਜਿਹੜਾ ਉਹ ਨਹੀਂ ਫੈਂਟਿਆ ਜਾਏਗਾ, ਲਿਹਾਜ਼ਾ ਪਾਣੀ ਜਿਹੜਾ ਉਹ ਫੈਂਟਿਆ ਜਾਏਗਾ। ਜਦੋਂ ਸ਼ੀਸ਼ੀ ਬਿਲਕੁਲ ਮੂੰਹ ਤੱਕ ਭਰੀ ਹੋਏਗੀ ਤੇ ਉੱਤੇ ਤੁਸੀਂ ਢੱਕਣ ਲਾ ਦਿਓਗੇ ਤੇ ਪਾਣੀ ਆਪਣੀ ਜਗ੍ਹਾ ਤੇ ਖੜਾ ਰਹੇਗਾ, ਉਹਦੇ ਅੰਦਰ ਪਾਰਾ ਜਿਹੜਾ ਹੋਏਗਾ ਉਹ ਵਰਕ ਕਰੇਗਾ। ਮੈਂ ਇਹਨੂੰ ਉਸ ਹੱਦ ਤੱਕ ਵਰਕ ਕਰਦਾ ਰਹਿਣਾ ਕਿ ਜਦ ਤੱਕ ਪਾਣੀ ਜਿਸ ਵੇਲੇ ਸ਼ੀਸ਼ੀ ਦੇ ਅੰਦਰ ਪਾਇਓਡੀਨ ਪਾਈ ਜਾਂਦੀ ਏ ਤੇ ਉਹਦਾ ਰੰਗ ਇੰਜ ਹੁੰਦਾ ਹੈ ਜਿਵੇਂ ਖੂਨ ਹੁੰਦਾ। ਖੂਨ ਦੀ ਮਾਨਦ ਸੁਰਖ ਰੰਗ ਹੁੰਦਾ। ਸਫੈਦ ਸ਼ੀਸ਼ੇ ਦੀ ਸ਼ੀਸ਼ੀ ਜਿਹੜੀ ਏ ਉਹ ਮੈਂ ਇਸਤੇਮਾਲ ਕਰਨਾ। ਜਿਸ ਵੇਲੇ ਪਾਰੇ ਨੂੰ ਉਹਦੇ ਅੰਦਰ ਮੈਂ ਫੈਂਟਣਾ, ਆਸਤਾ ਆਸਤਾ ਜਿੰਨਾ ਲੋਹਾ ਹੁੰਦਾ ਪਾਰਾ ਆਪਣੇ ਅੰਦਰ ਜਜ਼ਬ ਕਰ ਲੈਂਦਾ ਤੇ ਰੰਗ ਹੋ ਜਾਂਦਾ ਸਫੈਦ। ਜਿਵੇਂ ਪਾਣੀ ਪਾਇਆ ਹੁੰਦਾ ਇਸ ਤਰੀਕੇ ਨਾਲ, ਯਾਨੀ ਕਿ ਸਾਰਾ ਲੋਹਾ ਪਾਰਾ ਆਪਣੇ ਅੰਦਰ ਲੈ ਲੈਂਦਾ ਔਰ ਪਾਣੀ ਬਿਲਕੁਲ ਸਫੈਦ ਹੋ ਜਾਂਦਾ। ਉਸ ਪਾਰੇ ਨੂੰ ਮੈਂ ਲੈਣਾ ਕੱਢ ਕੇ ਚੀਨੀ ਦੇ ਪਿਆਲੇ ਵਿੱਚ ਪਾ ਕੇ ਆਰਾਮ ਨਾਲ ਉਹਨੂੰ ਹੱਥਾਂ ਨਾਲ ਮਲ ਕੇ ਧੋਂਦਾ ਜਾਂਦਾ। ਜਦ ਤੱਕ ਪਾਰਾ ਇੱਥੇ ਛੋਟੇ ਛੋਟੇ ਦਾਣਿਆਂ ਦੀ ਸ਼ਕਲ ਵਿੱਚ ਤਕਸੀਮ ਹੋ ਜਾਂਦਾ, ਜਦੋਂ ਉਹਦਾ ਇੱਕ ਦਾਣਾ ਬਣ ਜੇ ਤੇ ਮੈਂ ਸਮਝ ਲੈਣਾ ਕਿ ਪਾਰਾ ਮੇਰਾ ਜਿਹੜਾ ਉਹ ਬਿਲਕੁਲ ਸਾਫ਼ ਹੋ ਗਿਆ। ਉਹਨੂੰ ਮੈਂ ਕੱਢ ਲੈਣਾ। ਕੱਢ ਕੇ ਉਹਨੂੰ ਰੇਤ ਜੈਂਤਰ ਰੱਖ ਕੇ ਮੱਠੀ ਹੀਟ ਉੱਤੇ ਉਹਨੂੰ ਮੈਂ ਖੁਸ਼ਕ ਕਰ ਲੈਣਾ। ਖੁਸ਼ਕ ਕਰਨ ਤੋਂ ਬਾਅਦ ਦੇ ਵਿੱਚ ਹੁਣ ਉਹਦੀ ਮੈਂ ਬੰਨ੍ਹਣਾ ਗੋਲੀ। ਹਕੀਮ ਭਰਾ ਸਾਰੇ ਗੋਲੀ ਪਾਰੇ ਦੀ ਬੰਨ੍ਹ ਲੈਂਦੇ ਨੇ ਬਰਾਸਤਾ ਨੀਲਾ, ਮੈਂ ਵੀ ਬਰਾਸਤਾ ਨੀਲਾ ਹੀ ਗੋਲੀ ਬੰਨ੍ਹਣਾ। ਕੁਛ ਮੇਰੇ ਭਰਾ ਨਮਕ ਦੀ ਮਦਦ ਨਾਲ ਗੋਲੀ ਬੰਨ੍ਹਦੇ ਨੇ, ਲੇਕਿਨ ਮੈਂ ਇੱਥੇ ਕਰਨਾ ਫਟਕੜੀ ਇਸਤੇਮਾਲ। ਮੈਂ ਲੈਣਾ ਫਟਕੜੀ ਸਫੈਦ, ਲੈ ਕੇ ਫਟਕੜੀ ਸਫੈਦ ਉਹਨੂੰ ਕਰਨਾ ਪਾਣੀ ਦੇ ਅੰਦਰ ਹੱਲ। ਇੱਕ ਕੱਪ ਦੇ ਵਿੱਚ ਫਟਕੜੀ ਪਾ ਲੈਣਾ। 50 ਗ੍ਰਾਮ ਫਟਕੜੀ ਹੱਲ ਪਜ਼ੀਰ ਕਰਕੇ ਇੱਕ ਕੱਪ ਦੇ ਅੰਦਰ 50 ਗ੍ਰਾਮ ਨੀਲਾ ਲੈ ਕੇ ਉਹਨੂੰ ਹੱਲ ਪਜ਼ੀਰ ਕਰ ਲੈ। ਦੋਵੇਂ ਪਾਣੀ ਲਹਿਦਾ ਮੈਂ ਬਣਾ ਕੇ ਕੋਲ ਰੱਖ ਲੈਣਾ। ਹੁਣ ਮੈਂ ਲੈਣਾ ਇੱਕ ਸਿਲਵਰ ਦੀ ਕੌਲੀ। ਸਿਲਵਰ ਦੀ ਕੌਲੀ ਏਡੀ ਵੱਡੀ ਨਹੀਂ ਲੈਂਦਾ, ਦਰਮਿਆਨੀ ਨਾਲ ਕੰਮ ਚੱਲ ਜਾਂਦਾ। ਮੈਂ ਉਹ ਸਿਲਵਰ ਦੀ ਕੌਲੀ ਲੈ ਕੇ ਉਹਦੇ ਅੰਦਰ ਦੋਵੇਂ ਪਾਣੀ ਬਰਾਬਰ ਵਜ਼ਨ ਐਡ ਕਰ ਦੇਣਾ। ਐਡ ਕਰਨ ਤੋਂ ਬਾਅਦ ਦੇ ਵਿੱਚ 10-12 ਮਿੰਟ ਤੋਂ ਬਾਅਦ ਦੇ ਵਿੱਚ ਖੁਦ ਬਖੁਦ ਉਹ ਰਿਐਕਸ਼ਨ ਕਰਨਾ ਸ਼ੁਰੂ ਕਰ ਦਿੰਦਾ। ਜਿੰਨਾ ਨੀਲਾ ਹੁੰਦਾ ਉਹਦਾ ਸਾਰਾ ਕੌਲੀ ਦੇ ਨਾਲ ਆਣ ਕੇ ਚੰਬੜ ਜਾਂਦਾ। ਜਿਸ ਵੇਲੇ ਉਹ ਚੰਬੜ ਜਾਂਦਾ, ਮੈਂ ਉਹਨੂੰ ਚਮਚ ਦੀ ਮਦਦ ਨਾਲ ਲਾ ਕੇ ਚੀਨੀ ਦੀ ਪਿਆਲੀ ਦੇ ਅੰਦਰ ਪਾਰਾ ਰੱਖਣਾ ਔਰ ਉਹਦੇ ਅੰਦਰੋਂ ਚਮਚ ਦੀ ਮਦਦ ਨਾਲ ਨੀਲਾ ਲਾ ਕੇ ਪਿਆਲੀ ਦੇ ਅੰਦਰ ਉਸ ਪਾਰੇ ਦੇ ਉੱਤੇ ਐਡ ਕਰਨਾ ਸ਼ੁਰੂ ਕਰ ਦੇਣਾ। ਉਹਦੇ ਉੱਤੇ ਨੀਲਾ ਐਡ ਕਰਕੇ ਉਹਨੂੰ ਹੱਥਾਂ ਦੀ ਮਦਦ ਨਾਲ ਮਲ ਕੇ ਨੀਲਾ ਪਾਰੇ ਦੇ ਅੰਦਰ ਜਜ਼ਬ ਹੋਣਾ ਸ਼ੁਰੂ ਹੋ ਜਾਂਦਾ। ਜਿਸ ਵੇਲੇ ਉਹ ਬਿਲਕੁਲ ਠੋਸ ਹੋ ਜੇ, ਹਾਂ ਇੱਕ ਗੱਲ ਮੈਂ ਦੱਸ ਦਿਆਂ ਕਿ ਉਹ 50 ਗ੍ਰਾਮ ਜਿਹੜੀ ਫਟਕੜੀ ਮੈਂ ਹੱਲ ਪਜ਼ੀਰ ਕਰਕੇ ਲਹਿਦਾ ਪਾਣੀ ਰੱਖੇ ਸਨ, ਉਹ ਸਾਰੇ ਪਾਣੀ ਮੈਂ ਇਕੱਠੇ ਕੌਲੀ ਦੇ ਅੰਦਰ ਨਹੀਂ ਪਾਉਂਦਾ। ਅੱਧੇ ਪਾਣੀ ਪਹਿਲਾਂ ਮੈਂ ਇਸਤੇਮਾਲ ਕਰਨਾ ਔਰ ਅਗਰਚੇ ਮੈਨੂੰ ਜ਼ਰੂਰਤ ਪਏ ਦੁਬਾਰਾ 2 ਤੋਲੇ ਦੀ ਗੋਲੀ ਜਿਹੜੀ ਏ ਉਹ 2.5 ਤੋਲੇ ਨੀਲਾ ਅਗਰਚੇ ਹੱਲ ਪਜ਼ੀਰ ਦੂਸਰੀ ਕੌਲੀ ਵਿੱਚ ਜਾਏ ਤੇ ਉਹ ਇੰਨੇ ਨਾਲ ਗੋਲੀ ਵੱਧ ਜਾਂਦੀ ਏ। ਜਿਹੜੇ ਪਾਣੀ ਬਚ ਜਾਣ ਉਹਨਾਂ ਨੂੰ ਮੈਂ ਲਹਿਦਾ ਸ਼ੀਸ਼ੀਆਂ ਦੇ ਵਿੱਚ ਪਾ ਕੇ ਮਹਿਫੂਜ਼ ਕਰ ਲੈਂਦਾ ਤਾਂ ਕਿ ਉਹ ਅਗਲੇ ਅਮਲ ਵਿੱਚ ਮੇਰੇ ਕੰਮ ਆ ਜਾਣ। ਜਦੋਂ ਮੇਰੀ ਗੋਲੀ ਵੱਧ ਜਾਂਦੀ ਏ, ਕਾਬਲੇ ਇਤਮਾਦ ਹੋ ਜਾਂਦੀ ਏ, ਇਸ ਦੇ ਬਾਅਦ ਮੈਂ ਉਹਨੂੰ ਚੀਨੀ ਦੇ ਪਿਆਲੇ ਦੇ ਅੰਦਰ ਪਾ ਕੇ ਡੰਡੇ ਦੇ ਨਾਲ ਖਰਲ ਕਰਕੇ ਸਾਰੀ ਸਿਆਹੀ ਉਹਦੀ ਖ਼ਤਮ ਕਰ ਦਿੰਦਾ। ਜਦ ਤੱਕ ਪਾਣੀ ਗਦਲਾ ਹੁੰਦਾ ਜਾਏ ਉਹਨੂੰ ਮੈਂ ਖਰਲਾਈ ਕਰਕੇ, ਯਾਨੀ ਜਦੋਂ ਪਾਣੀ ਚਿੱਟਾ ਹੋ ਜਾਂਦਾ ਤੇ ਮੇਰੀ ਗੋਲੀ ਉਸ ਵੇਲੇ ਬਿਲਕੁਲ ਤਿਆਰ ਹੋ ਜਾਂਦੀ ਏ। ਕੁਛ ਉਸ ਵੇਲੇ ਨਰਮ ਮੀਂਹ ਹੋ ਗਈ ਹੁੰਦੀ ਏ। ਮੈਂ ਉਹਨੂੰ ਕੀ ਕਰਨਾ, ਮੈਂ ਉਹਨੂੰ ਕੱਪੜੇ ਦੇ ਅੰਦਰ ਰੱਖ ਕੇ ਨਿਚੋੜ ਲੈਣਾ। ਜਿੰਨਾ ਫਾਲਤੂ ਪਾਰਾ ਹੁੰਦਾ ਉਹਨੂੰ ਲੈਣਾ ਕੱਢ ਕੇ ਫਿਰ ਉਹਦੀਆਂ ਮੈਂ ਬਣਾਉਣਾ ਵਾਂ ਛੋਟੀਆਂ ਗੋਲੀਆਂ। ਗੋਲੀ 3 ਗ੍ਰਾਮ ਦੀ ਬਣਾਉਣਾ ਜਾਂ ਮੈਂ ਬਣਾਉਣਾ ਵਾਂ ਗੋਲੀ 4 ਗ੍ਰਾਮ ਦੀ। ਇਸ ਤੋਂ ਵੱਡੀ ਗੋਲੀ ਨਹੀਂ ਬਣਾਉਂਦਾ। ਜਿੰਨੀਆਂ ਵੀ ਬਣ ਜਾਣ 3-4 ਗ੍ਰਾਮ ਦੇ ਅੰਦਰ ਰਹਿ ਕੇ ਮੈਂ ਉਹ ਗੋਲੀਆਂ ਜਿਹੜੀਆਂ ਨੇ
ਉਹਨਾਂ ਨੂੰ ਬਣਾ ਲੈਣਾ। ਹੁਣ ਉਹ ਗੋਲੀਆਂ ਧੁੱਪ ਉੱਤੇ ਰੱਖ ਕੇ ਮੈਂ ਖੁਸ਼ਕ ਕਰ ਲੈਣਾ। ਖੁਸ਼ਕ ਕਰਨ ਤੋਂ ਬਾਅਦ ਦੇ ਵਿੱਚ ਇਹ ਮੇਰਾ ਸਮਾਨ ਹੋ ਗਿਆ ਤਿਆਰ। ਮੇਰੀ ਦਾਬ ਵੀ ਤਿਆਰ ਹੋ ਗਈ, ਮੇਰੀਆਂ ਗੋਲੀਆਂ ਵੀ ਤਿਆਰ ਹੋ ਗਈਆਂ। ਮੈਂ ਪਾਰੇ ਨੂੰ ਤਿਆਰ ਕਰਕੇ ਗੋਲੀਆਂ ਵੀ ਬਣਾ ਲਈਆਂ। ਹੁਣ ਮੈਨੂੰ ਚਾਹੀਦਾ ਸਿੰਘ ਦਾ ਬਰਾਦਾ। ਜਿਹੜਾ ਜਾਨਵਰ ਦਾ ਸਿੰਘ ਹੁੰਦਾ, ਖਾ ਉਹ ਮੱਝ ਦਾ ਸਿੰਘ ਹੋਏ ਜਾਂ ਕਿਸੇ ਬੈਲ ਢੱਗੇ ਦਾ ਸਿੰਘ ਹੋਏ, ਉਹ ਸਿੰਘ ਲੈ ਕੇ ਉਹਦੇ ਅੰਦਰ ਵਾਲੀ ਗੁਲੀ ਜਿਹੜੀ ਏ ਉਹਨੂੰ ਮੈਂ ਕੱਢ ਦੇਣਾ। ਬਾਹਰ ਵਾਲੀ ਜਿਹੜੀ ਉਹਦੀ ਮੇਨ ਹੱਡੀ ਹੁੰਦੀ ਏ, ਯਾਨੀ ਕਿ ਫਾਰਸਫੋਰਸ ਜਿਹੜੀ ਹੁੰਦੀ ਏ, ਉਹ ਮੈਂ ਲੈ ਲੈਣਾ। ਇਹ ਹੁੰਦੀ ਏ ਕੈਮ ਫਾਰਸਫੋਰਸ। ਉਹਨੂੰ ਮੈਂ ਕਰਨਾ ਬਰਾਦਾ। ਬਰਾਦਾ ਕਰਨਾ ਚੋਸੇ ਦੀ ਮਦਦ ਨਾਲ, ਰੇਤੀ ਨਾਲ ਨਹੀਂ ਰਗੜਦਾ। ਚੋਸਾ ਹੁੰਦਾ ਇੱਕ ਰੇਤੀ ਨਾਲੋਂ ਥੋੜ੍ਹੇ ਉਹਦੇ ਦੰਦੇ ਮੋਟੇ ਹੁੰਦੇ ਨੇ, ਉਹਦੇ ਨਾਲ ਮੈਂ ਇਹਦਾ ਕਰ ਲੈਣਾ ਬਰਾਦਾ। ਬਾਂਕ ਦੇ ਅੰਦਰ ਕੱਸ ਕੇ ਉਹਦਾ ਬਰਾਦਾ ਕਰਕੇ, ਯਾਨੀ ਕਿ ਅਗਰਚੇ ਮੇਰੀ ਗੋਲੀ 3 ਗ੍ਰਾਮ ਦੀ ਏ ਤੇ ਮੈਂ ਉਹਨੂੰ ਥੱਲੇ ਉੱਤੇ 1.5 ਗ੍ਰਾਮ ਬਰਾਦਾ ਜਿਹੜਾ ਫੀ ਗੋਲੀ ਨੂੰ ਉਹ ਮੈਂ ਦੇਣਾ। ਬਰਾਦਾ ਕਿੱਥੇ ਦੇਣਾ? ਮੈਂ ਲੈਣਾ ਇੱਕ ਡੋਲੀ, ਯਾਨੀ ਇੱਕ ਲੈਣਾ ਕੁੱਜੀ। ਕੁੱਜੀ ਲੈ ਕੇ ਅੱਧਾ ਕੁੱਜੀ ਦੇ ਥੱਲੇ ਜਿਹੜਾ ਜਿਸ ਦਾ ਕੁਸ਼ਤਾ ਮੈਂ ਕੀਤਾ ਹੁੰਦਾ ਉਹਨੂੰ ਮੈਂ ਅੱਧਾ ਪਾ ਦੇਣਾ ਥੱਲੇ ਅੱਧਾ ਪਾ ਕੇ ਉਹਦੇ ਵਿੱਚ ਮੈਂ ਪੋਟੇ ਦੀ ਮਦਦ ਨਾਲ ਥੋੜ੍ਹੇ ਥੋੜ੍ਹੇ ਖੱਡੇ ਬਣਾਉਣਾ ਜਿੰਨੀਆਂ ਮੇਰੀਆਂ ਗੋਲੀਆਂ ਹੋਣ। ਗੋਲੀਆਂ ਦੇ ਅੱਧ ਵਜ਼ਨ ਮੈਂ ਬਰਾਦਾ ਲੈਣਾ। ਉਹ ਗੋਲੀਆਂ ਦੇ ਥੱਲੇ ਅੱਧਾ ਅੱਧਾ ਪਾ ਦੇਣਾ, ਉੱਤੇ ਰੱਖਣਾ ਗੋਲੀ ਉੱਤੇ, ਫਿਰ ਮੈਂ ਬਰਾਦਾ ਪਾ ਕੇ ਤੇ ਬਾਕੀ ਜਿਸਤ ਦਾ ਕੁਸ਼ਤਾ ਜਿਹੜਾ ਮੈਂ ਉੱਤੇ ਪਾ ਦੇਣਾ। ਉੱਤੇ ਦੇਣਾ ਢੱਕਣ ਦੇ ਕੇ ਮਿੱਟੀ ਲਾ ਕੇ। ਇੰਨੀ ਮਜ਼ਬੂਤ ਗਿੱਲ ਹਿਕਮਤ ਨਹੀਂ ਕਰਦਾ ਤਾਂ ਕਿ ਉਹਦੇ ਅੰਦਰ ਆਕਸੀਜਨ ਵਗੈਰਾ ਜਾ ਸਕੇ। ਜਦ ਤੱਕ ਆਕਸੀਜਨ ਅੰਦਰ ਨਹੀਂ ਜਾਏਗੀ ਤੁਹਾਡਾ ਅੰਦਰ ਪਾਰਾ ਜਿਹੜਾ ਗੋਲੀ ਤੁਹਾਡੀ ਜਿਹੜੀ ਉਹ ਚੱਕਰ ਨਹੀਂ ਖਾਣ ਲੱਗੀ। ਮੈਂ ਏਡੀ ਮਜ਼ਬੂਤ ਗਿੱਲ ਹਿਕਮਤ ਨਹੀਂ ਕਰਦਾ ਤਾਂ ਕਿ ਇਹਦੇ ਅੰਦਰ ਜਿਸ ਵੇਲੇ ਅੱਗ ਦਾ ਅਮਲ ਹੋਏ ਤੇ ਇਹਦੇ ਅੰਦਰ ਆਕਸੀਜਨ ਜਿਹੜੀ ਏ ਉਹ ਜਾ ਸਕੇ। ਹੁਣ ਉਹਨੂੰ ਮੈਂ 2 ਕਿਲੋ ਦੀ ਭੜਕੇ ਦੀ ਅੱਗ ਦੇ ਦੇਣਾ। ਜਿਸ ਵੇਲੇ ਉਹ ਠੰਡੀ ਹੁੰਦੀ ਏ ਤੇ ਮੈਂ ਉਹਨੂੰ ਗੋਲੀਆਂ ਵਿੱਚੋਂ ਕੱਢ ਲੈਣਾ। ਮੇਰੀਆਂ ਗੋਲੀਆਂ ਜਿਹੜੀਆਂ ਨੇ ਉਹ ਅੰਦਰੋਂ ਹੀ ਚੱਕਰਸ਼ੁਦਾ ਹੋ ਕੇ ਬਾਹਰ ਆਉਂਦੀਆਂ ਨੇ, ਉਹਨਾਂ ਦਾ ਰੰਗ ਹੁੰਦਾ ਸਫੈਦ। ਹੁਣ ਮੈਂ ਹਸਬੇ ਜ਼ਰੂਰਤ ਲੈ ਕੇ ਇਹਨੂੰ ਦੇਣਾ ਕਠਿਆਲੀ ਦੇ ਅੰਦਰ ਚੱਕਰ। ਜਿਸ ਵੇਲੇ ਇਹਨੂੰ ਮੈਂ ਚੱਕਰ ਦੇਣਾ ਬਾਸਾਨੀ ਚੱਕਰ ਖਾ ਜਾਂਦੀ ਏ ਸੋਡਾ ਆ ਕੇ ਫਿਰ ਇਹਨੂੰ ਮੈਂ ਚੱਕਰ ਦੇਣਾ। ਚੱਕਰ ਜਿਸ ਵੇਲੇ ਖਾ ਜਾਂਦੀ ਏ ਗੋਲੀ ਜੰਮ ਜਾਂਦੀ ਏ ਜਿਸ ਵੇਲੇ, ਤੇ ਗੋਲੀ ਹੁੰਦੀ ਏ ਹਜੇ ਸੁਰਖ, ਉਹਨੂੰ ਮੈਂ ਚੁੱਕ ਕੇ ਉਹਨੂੰ ਪਾਣੀ ਦੇ ਅੰਦਰ ਜਿਸ ਵੇਲੇ ਡੋਬਾ ਦੇ ਕੇ ਬਾਹਰ ਕੱਢਣਾ ਤੇ ਗੋਲੀ ਹੁੰਦੀ ਏ 24 ਕੈਰਟ। ਰੰਗ ਆਪਣਾ ਜਿਹੜਾ ਉਹ ਖੋਹ ਲਾਉਂਦੀ ਏ। ਹੁਣ ਇਹਨੂੰ ਮੈਂ ਇਕੱਠਿਆਂ ਕਰਕੇ ਰੱਖ ਲੈਣਾ। ਇਹਨੂੰ ਮੈਂ ਦੇਣਾ ਬਾਅਦ ਦੇ ਵਿੱਚ ਚਾਂਦੀ ਦੇ ਨਾਲ ਚੱਕਰ। ਚਾਂਦੀ ਨਾਲ ਚੱਕਰ ਦੇ ਕੇ ਇਹਦਾ ਮੈਂ ਕਰ ਲੈਣਾ ਨਿਆਰ। ਅਲਹਮਦੁਲਿਲਾ ਮੰਜ਼ਲੇ ਮਕਸੂਦ ਜਿਹੜਾ ਉਹ ਮੈਂ ਪਾ ਲੈਣਾ। ਜਿਸ ਮੇਰੇ ਭਰਾ ਨੂੰ ਨੁਕਸਾ ਮੇਰਾ ਚੰਗਾ ਲੱਗੇ ਉਹ ਲਏ ਬਣਾ, ਤੇ ਜਿਸ ਮੇਰੇ ਭਰਾ ਦੇ ਦਿਲ ਨੂੰ ਗੱਲ ਚੰਗੀ ਨਾ ਲੱਗੇ ਉਹਦੇ ਨਾਲ ਜ਼ੋਰ ਕੋਈ ਨਹੀਂ, ਉਹ ਬੇਸ਼ੱਕ ਨਾ ਬਣਾਏ। ਅੱਜ ਦੀ ਡੇਟ ਵਿੱਚ ਮੇਰੀ ਤਰਫੋਂ ਮੇਰੇ ਭਰਾਵਾਂ ਦੀ ਖਿਦਮਤ ਵਿੱਚ ਇੰਨਾ ਹੀ ਹੈ। ਦੁਆਵਾਂ ਵਿੱਚ ਯਾਦ ਰੱਖਿਓ। ਵਾਸਲਾਮ।